ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਆਪ ਸਭ ਜੁੜ ਰਹੀਆਂ ਸਮੂਹ ਸੰਗਤਾਂ, ਵਡਭਾਗੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਹੋ ਕਰਕੇ ਆਪਣੇ ਮਨ ਚਿੱਤ ਦੀਆਂ ਬਿਰਤੀਆਂ ਇਕਾਗਰ ਕਰਕੇ ਪਾਵਨ ਬਾਣੀ ਦੇ ਨਾਲ ਜੋ ਆਪਾਂ ਪਿਛਲੇਰੇ ਲਗਭਗ 3 ਮਹੀਨਿਆਂ ਤੋਂ ਸਹਿਜ ਪਾਠ ਸੰਥਿਆ ਰੂਪ ਵਿੱਚ ਆਰੰਭ ਕੀਤਾ ਹੈ, ਸਰਵਣ ਕਰ ਰਹੇ ਹੋ। ਬਹੁਤ ਹੀ ਵੱਡੇ ਭਾਗ ਨੇ ਉਹਨਾਂ ਸਮੂਹ ਸੰਗਤਾਂ ਪ੍ਰਾਣੀਆਂ ਦੇ ਜਿਨ੍ਹਾਂ ਨੇ ਕਿ ਸਹਿਜ ਪਾਠ ਕਰਦੀਆਂ ਤੇ ਸਾਰੀਆਂ ਸੰਗਤਾਂ ਨੇ, ਪਰ ਆਪਾਂ ਅਰਥ ਰੂਪ ਦੇ ਵਿੱਚ ਕਿ ਸਤਿਗੁਰੂ ਜੀ ਇਸ ਪਾਵਨ ਬਾਣੀ ਅਨੁਸਾਰ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ। ਇਸ ਕਰਕੇ ਆਪਾਂ ਇਹ ਅਰਥਾਂ ਸਹਿਤ ਸ਼ੁਰੂ ਕੀਤਾ ਸਹਿਜ ਪਾਠ। ਵਡਭਾਗੀ ਹੋ ਕਿ ਆਪ ਸਾਰੀਆਂ ਸੰਗਤਾਂ ਲਗਾਤਾਰ 3 ਮਹੀਨਿਆਂ ਤੋਂ ਜਿਹੜੀ ਹੈ ਉਹ ਹਾਜ਼ਰੀ ਭਰ ਰਹੀਆਂ ਹੋ। ਆਪਾਂ 10 ਤਰੀਕ ਨੂੰ ਜਿਹੜਾ ਹੈ ਉਹ ਸ਼ੁਰੂ ਕੀਤਾ ਸੀ ਅਤੇ 3 ਮਹੀਨੇ ਲਗਭਗ ਆਪਾਂ ਨੂੰ ਹੋਣ ਵਾਲੇ ਹਨ। ਸੋ ਜਿਹੜੀਆਂ ਸੰਗਤਾਂ ਦਾ ਕੁਝ ਪਾਠ ਵਿੱਚ ਰਹਿ ਗਿਆ ਹੈ ਜਾਂ ਕੁਝ ਦਿਨ ਜਿਨ੍ਹਾਂ 'ਤੇ ਮਿਸ ਹੋਏ ਨੇ, ਭਾਵੇਂ ਉਹ ਇੰਟਰਨੈਟ ਦੇ ਮਾਧਿਅਮ ਰਾਹੀਂ ਸਰਵਣ ਕਰਦੀਆਂ ਹੋਣ ਜਾਂ ਆਪ ਸਭ ਸੱਜ ਬੈਠੇ ਹੋ, ਉਹ ਵੀ ਆਪ ਜੀ ਨੇ ਜ਼ਰੂਰ ਪੂਰਾ ਕਰ ਲੈਣਾ ਹੈ, ਕਿਉਂਕਿ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਆਪਾਂ ਅਰਦਾਸ ਬੇਨਤੀ ਕਰਕੇ ਇਹ ਸਹਿਜ ਪਾਠ ਸੰਥਿਆ ਰੂਪ ਵਿੱਚ ਜਿਹੜਾ ਹੈ ਆਰੰਭ ਕੀਤਾ ਸੀ। ਆਓ ਅੱਜ ਆਪਾਂ ਪਾਵਨ ਅੰਕ 65 ਦੇ ਉੱਤੋਂ ਆਰੰਭਤਾ ਕਰਨੀ ਕਰੀਏ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਤੀਜਾ। ਹਉਮੈ ਕਰਮ ਕਮਾਵੰਦੇ, ਜਮ ਡੰਡ ਲੱਗੈ ਤਿਨ ਆਏ। ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਹ ਦੂਸਰੀ ਅਸ਼ਟਪਦੀ ਹੈ। ਸਤਿਗੁਰੂ ਜੀ ਹੁਣ ਸ਼ੁਰੂ ਦੇ ਵਿੱਚ ਹੀ ਉਹ ਰਹਿਮਤ ਕਰਨੀ ਕਰ ਰਹੇ ਨੇ ਕਿ ਜਿਹੜੇ ਮਨੁੱਖ ਹਉਮੈ ਕਰਮ ਕਮਾਉਂਦੇ, ਕਿ ਜਿਹੜੇ ਹਉਮੈ ਦੇ ਅਧੀਨ ਹੋ ਕਰਕੇ ਜਾਂ ਮਾਇਆ ਦੇ ਅਧੀਨ ਹੋ ਕਰਕੇ ਜਿਹੜੇ ਵੀ ਧਾਰਮਿਕ ਕਰਮ ਕਰਦੇ ਨੇ, ਕਿ ਸੋਚਦੇ ਨੇ ਜਾਂ ਇਹ ਸੋਚ ਕੇ ਕਰਦੇ ਹਨ ਕਿ ਮੈਂ ਹੀ ਧਰਮ ਦਾ ਕਾਰਜ ਕਰ ਸਕਦਾ ਹਾਂ ਅਤੇ ਮੈਂ ਹੀ ਕੀਤਾ ਹੈ, ਉਹ ਹੈ ਹਉਮੈ ਦੇ ਅਧੀਨ। ਕਿ ਕਈ ਵਾਰ ਮਾਇਆ ਦੇ ਅਧੀਨ ਹੋ ਕਰਕੇ ਵਿਖਾਵੇ ਵਾਸਤੇ ਵੀ ਕਈ ਲੋਕ ਹਨ ਜਿਹੜੇ ਉਹ ਕਰਮ ਕਰਦੇ ਨੇ ਕਿ ਮੈਂ ਹੀ ਕਰਦਾ, ਹੋਰ ਨਹੀਂ ਕੋਈ ਕਰਦਾ, ਜਾਂ ਮੈਂ ਕਰ ਰਿਹਾ ਹਾਂ ਲੋਕ ਮੈਨੂੰ ਦੇਖਣ, ਮੇਰੀ ਵਡਿਆਈ ਕਰਨ ਕਿ ਮੈਂ ਜਿਹੜੀ ਹੈ ਸੇਵਾ ਕੀਤੀ ਹੈ, ਮੈਂ ਧਰਮ ਦਾ ਕਾਰਜ ਕੀਤਾ ਹੈ। ਕੋਈ ਵੀ ਹੋਵੇ, ਕਹਿਣ ਤੋਂ ਭਾਵ ਹੈ ਕਿ ਜਦੋਂ ਸਾਡਾ ਮਨ ਨਿਮਾਣਾ ਨਹੀਂ ਹੈ, ਕਿ ਜਿੰਨਾ ਚਿਰ ਮਾਣ ਹੈ ਮਨ ਦੇ ਵਿੱਚ, ਜਿੰਨਾ ਚਿਰ ਇਹ ਚੀਜ਼ ਹੈ ਅੰਦਰ ਹਿਰਦੇ ਦੇ ਅੰਦਰ, ਮਨ ਦੇ ਅੰਦਰ ਕਿ ਮੈਂ ਇਹ ਸੇਵਾ ਕਰ ਰਿਹਾ ਹਾਂ ਜਾਂ ਕੋਈ ਧਰਮ ਦਾ ਕਾਰਜ ਕਰ ਰਿਹਾ, ਮੈਂ ਕਰ ਰਿਹਾ, ਜਦੋਂ ਆਪਣੀ ਹਸਤੀ ਨੂੰ ਮੁੱਖ ਰੱਖ ਕੇ ਕਰ ਰਿਹਾ ਹੈ ਕਿ ਉਹ ਉਦੋਂ ਮਾਇਆ ਦੇ ਅਧੀਨ ਹੈ, ਉਦੋਂ ਉਹ ਵਿਕਾਰਾਂ ਦੇ ਅਧੀਨ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਇਸੇ ਕਰਕੇ ਆਖ ਰਹੇ ਨੇ ਕਿ ਹਉਮੈ ਕਰਮ ਕਮਾਹੇ, ਕਿ ਹਉਮੈ ਦੇ ਅਧੀਨ ਹੋ ਕਰਕੇ, ਵਿਕਾਰਾਂ ਦੇ ਅਧੀਨ ਹੋ ਕਰਕੇ ਫਿਰ ਜਿਹੜੇ ਮਨੁੱਖ ਇਹ ਮਿੱਥੇ ਹੋਏ ਧਾਰਮਿਕ ਕਰਮ ਕਾਰਜ ਕਰਦੇ ਹਨ ਅਤੇ ਇਹ ਹਉਮੈ ਵੀ ਫਿਰ ਨਾਲ ਨਾਲ ਕਰਦੇ ਰਹਿੰਦੇ ਹੈ ਕਿ ਇਹ ਅਸੀਂ ਧਾਰਮਿਕ ਕੰਮ ਕਰਦੇ ਹਾਂ ਜਾਂ ਅਸੀਂ ਕੀਤਾ ਹੈ ਜਾਂ ਮੈਂ ਹੀ ਕਰ ਸਕਦਾ ਹਾਂ, ਮੈਂ ਹੀ ਕੀਤਾ ਹੈ। ਪਾਤਸ਼ਾਹ ਜੀ ਆਖਦੇ ਨੇ ਫਿਰ ਉਹਨਾਂ ਦੇ ਸਿਰ ਦੇ ਉੱਤੇ ਜਮ ਡੰਡ ਲੱਗੇ। ਜਮ ਦਾ ਡੰਡਾ ਹੈ ਜਿਹੜਾ ਉਹ ਆ ਕੇ ਵੱਜਦਾ ਹੈ ਕਿ ਉਹ ਫਿਰ ਵੀ ਧਰਮ ਦਾ ਕਾਰਜ ਕਰਦੇ ਹੋਏ ਵੀ ਵਿਕਾਰਾਂ ਦੇ ਵਿੱਚ ਹੀ ਗ੍ਰਸੇ ਰਹਿੰਦੇ ਹੈ।
ਉਹਨਾਂ ਦੇ ਅੰਦਰ ਆਤਮਿਕ ਆਨੰਦ ਨਹੀਂ ਬਣਦਾ, ਉਹ ਹਮੇਸ਼ਾ ਅਸ਼ਾਂਤ ਹੀ ਰਹਿੰਦੇ ਹਨ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਆਖ ਰਹੇ ਨੇ ਕਿ ਜਿਹੜਾ ਵੀ ਕਾਰਜ ਅਸੀਂ ਕਰਨਾ ਹੈ ਉਹ ਤਨ ਮਨ ਤੋਂ ਇੱਕ ਹੋ ਕਰਕੇ ਤੇ ਆਪਣੇ ਮਨ ਦੇ ਵਿੱਚੋਂ ਵਿਕਾਰਾਂ ਨੂੰ ਦੂਰ ਕਰਕੇ ਹੀ ਜਿਹੜਾ ਉਹ ਕਰਨਾ ਚਾਹੀਦਾ ਹੈ। ਜੇ ਸਤਿਗੁਰ ਸੇਵਨ ਸੇ ਉਬਰੇ, ਹਰ ਸੇਤੀ ਲਿਵ ਲਾਏ। ਹੁਣ ਪਾਤਸ਼ਾਹ ਜੀ ਆਖ ਰਹੇ ਨੇ ਕਿ ਪਿੱਛੇ ਰਹਿਮਤ ਕੀਤੀ ਸਤਿਗੁਰੂ ਜੀ ਨੇ ਕਿ ਜਿਹੜੇ ਹਉਮੈ ਦੇ ਵਿਕਾਰਾਂ ਦੇ ਅਧੀਨ ਹੋ ਕਰਕੇ ਭਾਵੇਂ ਉਹ ਧਰਮ ਦਾ ਕਾਰਜ ਕਰਦੇ ਨੇ ਭਾਵੇਂ ਉਹ ਸੇਵਾ ਕਰਦੇ ਨੇ, ਉਹਨਾਂ ਦੇ ਉੱਤੇ ਜਮ ਦਾ ਡੰਡਾ, ਵਿਕਾਰਾਂ ਦਾ ਡੰਡਾ ਹੈ ਜਿਹੜਾ ਉਹ ਵੱਜਦਾ ਹੀ ਵੱਜਦਾ ਹੈ, ਉਹ ਉਹਨਾਂ ਦੇ ਅਧੀਨ ਹੋ ਹੀ ਜਾਂਦੇ ਨੇ। ਅਤੇ ਕਿਉਂਕਿ ਆਪਾਂ ਦੇਖਦੇ ਹਾਂ ਨਾ, ਕਈ ਵਾਰ ਕਈ ਐਸੇ ਮਨੁੱਖ ਵੀ ਹੁੰਦੇ ਆ ਕਿ ਜਿਹੜੇ ਸਮਾਜ ਸੇਵਾ ਕਰਨ ਦੇ ਨਾਂ ਦੇ ਉੱਤੇ ਬੜਾ ਫੰਡ ਇਕੱਠਾ ਕਰ ਲੈਂਦੇ ਆ, ਕਿ ਵਿਖਾਉਂਦੇ ਥੋੜ੍ਹਾ ਜਿਹਾ ਅਤੇ ਇਕੱਠਾ ਬਹੁਤ ਕਰ ਲੈਂਦੇ ਆ ਕਿ ਅਸੀਂ ਫਲਾਣੀ ਥਾਂ 'ਤੇ ਜਿਹੜੀ ਸੇਵਾ ਕੀਤੀ ਹੈ, ਜਾਂ ਫਲਾਣੀ ਥਾਂ ਦੇ ਉੱਤੇ ਜਿਹੜੇ ਹੈ ਕੋਈ ਕੰਮ ਚੱਲ ਰਿਹਾ ਹੈ, ਫਲਾਣੀ ਸੰਸਥਾ ਨੂੰ ਲੋੜ ਹੈ, ਫਲਾਣੇ ਬੱਚਿਆਂ ਦੀ ਫੀਸ ਭਰਨੀ ਹੈ। ਅਤੇ ਕੀ ਹੁੰਦਾ ਹੈ, ਉਹ ਲੈ ਕਈਆਂ ਤੋਂ ਲੈਂਦੇ ਹੈ ਪਰ ਲਾਉਂਦੇ ਇੱਕ ਦਾ ਹੀ ਹੈ, ਕਿ ਆਪਣੇ ਆਪ ਨੂੰ ਵਿਖਾਉਂਦੇ ਨੇ ਅਸੀਂ ਆਹ ਕੰਮ ਕਰਦੇ ਹਾਂ, ਪਰ ਬਹੁਤੀ ਵਾਰ ਹੈ ਜਿਹੜਾ ਉਹ ਮਾਇਆ ਦੇ ਅਧੀਨ ਹੋ ਕਰਕੇ ਜਿਹੜਾ ਹੈ ਉਹ ਇਸ ਮਾਇਆ ਦੇ ਵਿੱਚ ਹੀ ਗ੍ਰਸੇ ਰਹਿੰਦੇ ਆ, ਕਿ ਵਿਖਾਈ ਜਾਂਦੇ ਹੈ। ਪਰ ਕਈ ਵਾਰ ਕਿ ਬਹੁਤ ਘੱਟ ਵਾਰ ਹੈ ਜਿਹੜਾ ਮਨੁੱਖ ਐਸਾ ਕਾਰਜ ਕਰਦੇ ਨੇ ਕਿ ਦਿਖਾਇਆ ਦੁਨੀਆ ਨੂੰ ਕੁਝ ਹੋਰ ਜਾਂਦਾ ਪਰ ਅੰਦਰ ਭਾਵਨਾ ਕੁਝ ਹੋਰ ਹੁੰਦੀ ਹੈ। ਜਾਂ ਅਸੀਂ ਦੇਖ ਲਈਏ ਕਿ ਸਮਾਜ ਦੇ ਵਿੱਚ ਕਾਰ ਸੇਵਾ ਵੀ ਬਹੁਤ ਚੱਲ ਰਹੀ ਹੈ, ਕੁਝ ਇੱਕ ਨੂੰ ਛੱਡ ਕੇ ਬਾਕੀ ਬਹੁਤੇ ਨੇ ਜਿਹੜੇ ਉਹ ਇਸੇ ਤਰ੍ਹਾਂ। ਵੇਖੋ ਹੁਣ ਕੋਈ ਵੀ ਕੰਮ ਹੈ, ਆਪਾਂ ਛੋਟੀ ਜਿਹੀ ਗੱਲ ਕਰੀਏ ਕਿ ਕੋਈ ਵੀ ਕੰਮ ਹੈ, ਜਿਵੇਂ ਹੁਣ ਆਪਾਂ ਇਹ ਦਰਬਾਰ ਦੀ ਜਿਹੜੀ ਹੈ ਉਹ ਉਸਾਰੀ ਕੀਤੀ ਹੈ ਜਾਂ ਇਹਨੂੰ ਕਰਵਾਇਆ, ਕੁਝ ਕੁ ਸਮੇਂ ਦੇ ਵਿੱਚ ਹੀ ਕੰਪਲੀਟ ਹੋ ਗਿਆ। ਅਤੇ ਜੇ ਇਹ ਕੰਮ ਕਿਸੇ ਹੋਰ ਕੋਲ ਹੁੰਦਾ, ਜਿਹਨੇ ਵਿਖਾ ਕੇ ਜਿਹੜਾ ਹੈ ਹੋਰ ਧਨ ਇਕੱਠਾ ਕਰਨਾ ਸੀ, ਉਹਨੇ ਕਈ ਸਾਲ ਲਾ ਦੇਣੀ ਸੀ ਕਿ ਚੱਲ ਰਿਹਾ ਜੀ, ਬਸ ਉਹ ਚੱਲਦਾ ਹੀ ਰਹਿੰਦਾ ਹੌਲੀ ਹੌਲੀ, ਅਤੇ ਫਿਰ ਸੰਗਤ ਆਉਂਦੀ ਰਹਿੰਦੀ ਹੈ ਔਰ ਉਸੇ ਤਰ੍ਹਾਂ ਉੱਥੇ ਜਿਹੜਾ ਹੈ ਉਹ ਖਜ਼ਾਨਾ ਭਰਦਾ ਰਹਿੰਦਾ ਹੈ। ਇੱਕ ਨਹੀਂ ਕਈ ਥਾਵਾਂ 'ਤੇ ਹਾਲ ਹੈ, ਪਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕੁਝ ਠੀਕ ਵੀ ਨੇ ਚੰਗੇ ਵੀ ਨੇ, ਪਰ ਬਹੁਤਿਆਂ ਦਾ ਹਾਲ ਇਹੀ ਹੈ ਕਿ ਵਿਖਾਵਾ ਕਿਸੇ ਹੋਰ ਚੀਜ਼ ਦਾ ਕਰਨਾ, ਪਰ ਦਿਖਾਉਣਾ ਆਪਣੇ ਆਪ ਨੂੰ ਸੇਵਾਦਾਰ ਹੈ ਜਾਂ ਧਰਮ ਦਾ ਕਾਰਜ ਕਰਨ ਦੇ ਅਧੀਨ। ਇਸੇ ਕਰਕੇ ਫਿਰ ਪਾਤਸ਼ਾਹ ਜੀ ਆਖਦੇ ਨੇ ਉਹ ਵਿਕਾਰਾਂ ਦੇ ਵਿੱਚ ਜਕੜੇ ਰਹਿੰਦੇ ਹੈ। ਅਤੇ ਫਿਰ ਜੇ ਸਤਿਗੁਰ ਸੇਵਨ, ਕਿ ਜਿਹੜੇ ਮਨੁੱਖ ਗੁਰੂ ਦਾ ਆਸਰਾ ਲੈਂਦੇ ਨੇ, ਗੁਰੂ ਦੇ ਚਰਨਾਂ ਵਿੱਚ ਸੁਰਤ ਜੋੜਦੇ ਨੇ, ਗੁਰੂ ਦੇ ਅਨੁਸਾਰੀ ਜਿਹੜੀ ਹੈ ਉਹ ਸੇਵਾ ਕਰਦੇ ਹਨ, ਹਰ ਸੇਤੀ ਲਿਵ ਲਾਏ। ਫਿਰ ਜਿਹੜੇ ਲਿਵ ਜੋੜ ਕੇ ਗੁਰੂ ਦੇ ਅਨੁਸਾਰੀ ਹੋ ਕੇ ਸੇ ਉਭਰੇ, ਉਹ ਫਿਰ ਇਹਨਾਂ ਵਿਕਾਰਾਂ ਦੇ ਵਿੱਚੋਂ, ਇਹਨਾਂ ਜਮਾਂ ਤੋਂ ਬਚ ਜਾਂਦੇ, ਉਹਨਾਂ ਦੇ ਅੰਦਰ ਫਿਰ ਆਤਮਿਕ ਆਨੰਦ ਜਿਹੜਾ ਉਹ ਪੈਦਾ ਹੁੰਦਾ ਹੈ। ਮਨ ਰੇ ਗੁਰਮੁਖ ਨਾਮ ਧਿਆਏ, ਹੇ ਮੇਰੇ ਮਨ, ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਧਿਆ, ਪਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਹੈ ਉਹ ਜੁੜਨਾ ਕਰ। ਧੁਰ ਪੂਰਬ ਕਰਤੈ ਲਿਖਿਆ, ਤਿਨਾ ਗੁਰਮਤਿ ਨਾਮ ਸਮਾਏ ਰਹਾਉ। ਪਾਤਸ਼ਾਹ ਜੀ ਆਖਣ ਲੱਗੇ ਕਿ ਇਹ ਨਾਮ ਦੀ ਦਾਤ ਹੈ, ਇਹ ਬਹੁਤ ਦੁਰਲੱਭ ਹੈ, ਬੜੀ ਕੀਮਤੀ ਹੈ, ਬੜੀ ਅਮੁੱਲਕ ਹੈ। ਇਹ ਜਣੇ ਖਣੇ ਨੂੰ ਪ੍ਰਾਪਤ ਨਹੀਂ ਹੁੰਦੀ ਕਿ ਕੋਈ ਤੁਰਿਆ ਜਾਂਦਾ ਜਿਵੇਂ ਬਾਜ਼ਾਰ 'ਚੋਂ ਜਿਹੜਾ ਹੈ ਕੋਈ ਵਸਤੂ ਖਰੀਦ ਲਈ, ਇਹ ਬਾਜ਼ਾਰ 'ਚੋਂ ਨਹੀਂ ਮਿਲਦੀ, ਇਹ ਸੌਖਾ ਨਹੀਂ, ਬਹੁਤ ਦੁਰਲੱਭ ਵਸਤੂ ਹੈ। ਅਤੇ ਗੁਰੂ ਦੀ ਸਿੱਖਿਆ 'ਤੇ ਤੁਰ ਕੇ ਉਹਨਾਂ ਬੰਦਿਆਂ ਦੀ ਹੀ ਪ੍ਰਭੂ ਦੇ ਨਾਮ ਵਿੱਚ ਲੀਨਤਾ ਹੁੰਦੀ ਹੈ, ਉਹ ਹੀ ਜੁੜਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਨੇ ਜਿਹੜੇ
ਧੁਰ ਤੋਂ ਭਾਵ ਪਹਿਲਾਂ ਤੋਂ ਕੀਤੇ ਕਰਮਾਂ ਦੀ ਕਮਾਈ ਦੇ ਅਨੁਸਾਰ ਹੀ ਲਿਖ ਦਿੱਤਾ ਹੈ ਕਿ ਜਿਹੜੇ ਪਹਿਲਾਂ ਕਰਮ ਕਰਦੇ ਨੇ ਉਹਨਾਂ ਉੱਤੇ ਤਰੁੱਠ ਕੇ ਮਾਲਕ ਫਿਰ ਉਹਨਾਂ ਦੇ ਲੇਖ ਦੇ ਵਿੱਚ ਇਹ ਬਖਸ਼ਿਸ਼ ਨਾਮ ਦੀ ਦਾਤ ਜਿਹੜੀ ਹੈ ਉਹ ਬਖਸ਼ਿਸ਼ ਰੂਪ ਵਿੱਚ ਮਾਲਕ ਜੀ ਕਰਦੇ ਹਨ। ਵਿਨ ਸਤਿਗੁਰ ਪ੍ਰਤੀਤ ਨ ਆਵਈ, ਨਾਮ ਨ ਲਾਗੋ ਭਾਉ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਪ੍ਰਤੀਤ ਨਾ ਆਵਈ। ਪ੍ਰਤੀਤ ਤੋਂ ਭਾਵ ਭਰੋਸਾ, ਸ਼ਰਧਾ, ਯਕੀਨ। ਸਤਿਗੁਰੂ ਜੀ ਆਖਣ ਲੱਗੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਦੇ ਮਨ ਵਿੱਚ ਪਰਮਾਤਮਾ ਵਾਸਤੇ ਸ਼ਰਧਾ ਹੈ ਉਹ ਪੈਦਾ ਨਹੀਂ ਹੁੰਦੀ, ਕਿ ਸ਼ਰਧਾ ਪੈਦਾ ਨਹੀਂ ਹੁੰਦੀ ਅਤੇ ਨਾ ਪਰਮਾਤਮਾ ਦੇ ਨਾਮ ਵਿੱਚ ਉਸ ਦਾ ਪਿਆਰ ਬਣਦਾ ਹੈ, ਕਿ ਨਾ ਹੀ ਪਿਆਰ ਬਣਦਾ ਹੈ ਅਤੇ ਨਾ ਹੀ ਜਿਹੜੀ ਹੈ ਸ਼ਰਧਾ, ਯਕੀਨ, ਭਰੋਸਾ ਜਿਹੜਾ ਉਹ ਪੈਦਾ ਹੁੰਦਾ ਹੈ। ਕਿ ਜਿਤਨਾ ਚਿਰ ਸਤਿਗੁਰੂ ਜੀ ਆਖ ਰਹੇ ਨੇ ਵਿਨ ਸਤਿਗੁਰੂ, ਸੱਚੇ ਗੁਰੂ ਨੂੰ ਮਿਲਣ ਤੋਂ ਬਿਨਾ ਨਾ ਹੀ ਸ਼ਰਧਾ ਅਤੇ ਨਾ ਹੀ ਪ੍ਰੇਮ ਹੈ ਉਹ ਮਾਲਕ ਵਿੱਚ ਨਹੀਂ ਬਣਦਾ। ਹੁਣ ਸਾਨੂੰ ਉਸ ਅਕਾਲ ਪੁਰਖ ਜੀ ਦੇ ਪ੍ਰਥਾਏ ਸਿੱਖਿਆ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਰਹੇ ਨੇ। ਉਸ ਮਾਲਕ ਦੇ ਹੁਕਮ ਦੇ ਬਾਰੇ, ਉਸ ਦੀ ਰਜ਼ਾ ਦੇ ਬਾਰੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਸਿੱਖਿਅਤ ਕਰ ਰਹੇ ਨੇ। ਇਹ ਖਜ਼ਾਨਾ ਸਾਨੂੰ ਸਿੱਖਿਅਤ ਕਰ ਰਿਹਾ ਅਤੇ ਇਹਦੇ ਨਾਲ ਕੀ ਹੁੰਦਾ ਹੈ, ਜਦੋਂ ਅਸੀਂ ਜਾਣ ਲੈਂਦੇ ਹਾਂ ਗੁਰੂ ਦੇ ਕੋਲੋਂ ਫਿਰ ਸਾਡੀ ਸ਼ਰਧਾ ਹੈ, ਸਾਡੀ ਭਾਵਨਾ ਹੈ, ਸਾਡਾ ਪ੍ਰੇਮ ਹੈ ਉਹ ਬਾਣੀ ਦੇ ਵਿੱਚ ਆਪਣੇ ਆਪ ਹੀ ਬਣ ਜਾਂਦਾ ਹੈ। ਕਿ ਇਤਨਾ ਬੇਅੰਤ ਹੈ, ਇੰਨੀਆਂ ਗੱਲਾਂ ਡੂੰਘਾਈ ਵਾਲੀਆਂ ਅਤੇ ਆਤਮਿਕ ਆਨੰਦ ਦੀਆਂ ਲਿਖੀਆਂ ਨੇ, ਕਿਤੇ ਹੋਰ ਨਹੀਂ ਮਿਲਣਗੀਆਂ। ਜਦੋਂ ਫਿਰ ਗੁਰੂ ਕੋਲੋਂ ਇਹ ਸੋਝੀ ਪ੍ਰਾਪਤ ਹੋ ਜਾਂਦੀ ਹੈ, ਗੁਰੂ ਨੂੰ ਮਿਲਿਆ ਜਾਂਦਾ ਹੈ, ਫਿਰ ਸ਼ਰਧਾ ਵੀ ਬਣ ਜਾਂਦੀ ਹੈ ਅਤੇ ਪ੍ਰੇਮ ਵੀ ਬਣ ਜਾਂਦਾ ਹੈ। ਪਰ ਜਿੰਨਾ ਚਿਰ ਗੁਰੂ ਨੂੰ ਨਾ ਮਿਲਿਆ ਜਾਏ, ਗੁਰੂ ਦੇ ਸ਼ਬਦ ਤੋਂ ਨਾ ਜਿਹੜਾ ਹੈ ਜਾਣੂ ਹੋਇਆ ਜਾਏ, ਉਹਨਾਂ ਸਮਾਂ ਇਹ ਪ੍ਰਤੀਤ, ਇਹ ਸ਼ਰਧਾ, ਇਹ ਪ੍ਰੇਮ ਨਹੀਂ ਬਣਦਾ ਹੈ। ਸੁਪਨੇ ਸੁਖ ਨਾ ਪਾਵਈ, ਦੁੱਖ ਮੈਂ ਸਵੈ ਸਮਾਏ। ਸਤਿਗੁਰੂ ਪਾਤਸ਼ਾਹ ਜੀ ਆਖ ਰਹੇ ਹਨ ਦੁੱਖ ਮੈਂ ਸਵੈ, ਸਵੈ ਤੋਂ ਭਾਵ ਸੌਣਾ, ਸਵੈ ਦਲਾਵਾਂ ਨਾਲ ਹੈ, ਸਵੈ ਸਮਾਏ, ਕਿ ਦੁੱਖ ਦੇ ਵਿੱਚ ਜਿਹੜਾ ਹੈ ਮਨੁੱਖ ਉਹ ਸੌਂਦਾ। ਦੁੱਖ ਮੈਂ ਸਵੈ ਸਮਾਏ, ਦੁੱਖ ਮੈਂ ਤੋਂ ਭਾਵ ਵਿੱਚ ਸੌਂ ਜਾਂਦਾ ਹੈ, ਭਾਵ ਫਸਿਆ ਰਹਿੰਦਾ ਹੈ। ਪਾਤਸ਼ਾਹ ਜੀ ਸਮਝਾ ਰਹੇ ਹਨ। ਅਤੇ ਜਦੋਂ ਫਿਰ ਪਿਛਲੀ ਪੰਕਤੀ ਦੇ ਨਾਲ ਅਸੀਂ ਇਸ ਨੂੰ ਜੋੜਾਂਗੇ ਕਿ ਮਾਲਕ ਦੇ ਨਾਮ ਵਿੱਚ ਪ੍ਰਤੀਤ ਸ਼ਰਧਾ ਨਹੀਂ ਬਣਦੀ, ਪ੍ਰੇਮ ਪੈਦਾ ਨਹੀਂ ਹੁੰਦਾ, ਅਤੇ ਫਿਰ ਨਤੀਜਾ ਇਹਦਾ ਇਹ ਨਿਕਲਦਾ ਹੈ ਕਿ ਉਸ ਮਨੁੱਖ ਨੂੰ ਫਿਰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ, ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ ਅਤੇ ਉਹ ਸਦਾ ਦੁੱਖਾਂ ਵਿੱਚ ਹੀ ਘਿਰਿਆ ਰਹਿੰਦਾ ਹੈ, ਸੁੱਤਾ ਰਹਿੰਦਾ ਹੈ। ਭਾਵ ਦੁੱਖਾਂ ਵਿੱਚ ਹੀ ਫਿਰ ਉਹ ਮਨੁੱਖ ਹੈ ਜਿਹੜਾ ਫਸਿਆ ਰਹਿੰਦਾ ਹੈ, ਜਿਹੜਾ ਮਾਲਕ ਦੇ ਨਾਮ ਵਿੱਚ ਪ੍ਰੇਮ ਨਹੀਂ ਜੋੜਦਾ, ਮਾਲਕ ਪਰਮੇਸ਼ਰ ਦੇ ਉੱਤੇ ਸ਼ਰਧਾ ਗੁਰੂ ਦੇ ਸ਼ਬਦ ਰਾਹੀਂ ਨਹੀਂ ਲਿਆਉਂਦਾ ਹੈ। ਜੇ ਹਰ ਹਰ ਕੀਚੈ ਬਹੁਤ ਲੋਚੀਐ, ਕਿਰਤ ਨ ਮਿਟਿਆ ਜਾਏ। ਕੀਚੈ ਤੋਂ ਭਾਵ ਕਰਨਾ ਚਾਹੀਦਾ ਹੈ ਅਤੇ ਲੋਚੀਐ ਤੋਂ ਭਾਵ ਤਾਂਗ ਕਰੀਏ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ ਜੇ ਇਹ ਬੜੀ ਤਾਂਗ ਵੀ ਕਰੀਏ ਕਿ ਉਹ ਪਰਮਾਤਮਾ ਦਾ ਸਿਮਰਨ ਕਰੇ, ਜੇ ਹਰ ਹਰ ਕੀਚੈ ਬਹੁਤ ਲੋਚੀਏ, ਕਿ ਜੇ ਅਸੀਂ ਕਿਸੇ ਮਨੁੱਖ ਦੇ ਵਾਸਤੇ ਬੜੀ ਤਾਂਘ ਰੱਖੀਏ ਕਿ ਇਹ ਨਾਮ ਦੇ ਵਿੱਚ ਜੁੜ ਜਾਏ, ਇਹ ਗੁਰੂ ਦੇ ਸ਼ਬਦ ਵਿੱਚ ਜਿਹੜੀ ਸ਼ਰਧਾ ਲਿਆਏ, ਗੁਰੂ ਦੇ ਸ਼ਬਦ ਨਾਲ ਜੁੜ ਜਾਏ। ਅਤੇ ਸਤਿਗੁਰੂ ਜੀ ਆਖਣ ਲੱਗੇ ਜਿਹੜਾ ਮਨਮੁਖ ਹੈ, ਵਿਕਾਰਾਂ ਦੇ ਵਿੱਚ ਪਿਆ ਹੋਇਆ ਮਨੁੱਖ ਹੈ,
ਉਹ ਫਿਰ ਪ੍ਰਮਾਤਮਾ ਦਾ ਸਿਮਰਨ ਕਰੇ। ਇਹ ਅਸੀਂ ਭਾਵੇਂ ਜਿੰਨਾ ਮਰਜ਼ੀ ਉਹਦੇ ਵਾਸਤੇ ਆਖੀ ਜਾਈਏ, ਉਹਨੂੰ ਸਮਝਾਈ ਜਾਈਏ, ਤਾਂ ਵੀ ਇਸ ਤਾਂਘ ਤੇ ਪ੍ਰੇਰਨਾ ਵਿੱਚ ਸਫਲਤਾ ਨਹੀਂ ਹੁੰਦੀ, ਕਿਉਂਕਿ ਉਹ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਅਤੇ ਵਿਕਾਰੀ ਜੀਵਨ ਉਹਦਾ ਜਿਹੜਾ ਹੁੰਦਾ, ਕਿਰਤ ਨਾ ਮੇਟਿਆ ਜਾਏ। ਅਤੇ ਜੋ ਉਹਨੇ ਆਪਣੇ ਪਹਿਲੇ ਕਰਮ ਕੀਤੇ ਹੁੰਦੇ ਹਨ, ਉਹਨਾਂ ਦਾ ਪ੍ਰਭਾਵ ਛੇਤੀ ਨਾਲ ਮਿਟਦਾ ਨਹੀਂ ਹੈ। ਕਿ ਇਹ ਤਾਂ ਮਾਲਕ ਹੀ ਹੈ ਕਿ ਰਹਿਮਤ ਕਰੇ, ਗੁਰੂ ਦੇ ਸ਼ਬਦ ਵਿੱਚ ਜੋੜ ਦਏ। ਪਰ ਜੇ ਕਿਸੇ ਨੂੰ ਅਸੀਂ ਸਮਝਾਈਏ, ਕੋਈ ਬੰਦਾ ਬਹੁਤ ਵਿਕਾਰੀ ਹੋਵੇ, ਬੜੇ ਮਾੜੇ ਕਰਮ ਕਰਦਾ ਹੋਏ, ਤੇ ਉਹ ਛੇਤੀ ਨਹੀਂ ਸਮਝਦਾ, ਕਿਉਂਕਿ ਉਹਨੇ ਅਜਿਹੇ ਕਾਰਜ ਕੀਤੇ ਹੁੰਦੇ ਆ। ਜਾਂ ਸਹਿਜੇ ਇੱਕ ਆਪਾਂ ਹੁਣ ਇੱਥੇ ਉਦਾਹਰਨ ਲੈ ਲਈਏ ਕਿ ਜਿਵੇਂ ਹੁਣ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਭਾਈ ਭੂਮੀਆਂ ਜੀ, ਜੋ ਪਹਿਲਾਂ ਭੂਮੀਆਂ ਚੋਰ ਵੱਜਦਾ ਸੀ, ਬੜਾ ਛਾਤਰ ਸੀ, ਹੁਣ ਸਤਿਗੁਰੂ ਜੀ ਨੇ ਸਮਝਾਇਆ ਹੈ। ਆਪਣੀ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਆਪਾਂ ਤਾਂ ਸਮਝਾਉਣ ਵਾਲੇ ਕਿਸੇ ਨੂੰ ਕੌਣ ਹੁੰਦੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਭਾਈ ਤੂੰ ਜਿਹੜਾ ਹੈ ਜਦੋਂ ਆ ਕੇ ਨਮਸਕਾਰ ਕਰਦਾ, ਮਿਲਦਾ, ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ ਕਿ ਭੂਮੀਆਂ ਜੀ ਤੁਸੀਂ ਜਿਹੜਾ ਚੋਰੀ ਕਰਨੀ ਛੱਡ ਦਿਓ। ਆਖਣ ਲੱਗੇ ਬਾਬਾ ਕਿ ਮੈਂ ਚੋਰੀ ਕਰਨੀ ਨਹੀਂ ਛੱਡ ਸਕਦਾ, ਮੈਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਹੈ, ਮੈਂ ਕਰਾਂ ਤੇ ਕੀ ਕਰਾਂ, ਮੈਥੋਂ ਨਾ ਤੇ ਕੋਈ ਕੰਮ ਹੁੰਦਾ ਹੈ, ਨਾ ਮੈਂ ਕੋਈ ਕੰਮ ਜਾਣਦਾ, ਨਾ ਮੇਰੇ ਕੋਲ ਗੁਣ ਹੈ। ਮੇਰੇ ਕੋਲ ਆਹੀ ਗੁਣ ਹੈ ਕਿ ਮੈਂ ਚੋਰੀ ਬੜੇ ਸਾਫ਼ ਸੁਥਰੇ ਤਰੀਕੇ ਨਾਲ ਕਰ ਲੈਂਦਾ, ਅਤੇ ਵਧੀਆ ਮੇਰਾ ਦਿਨ ਟੱਪ ਜਾਂਦਾ, ਵਧੀਆ ਸਮਾਂ ਟੱਪ ਜਾਂਦਾ। ਜਦੋਂ ਫਿਰ ਲੋੜ ਹੁੰਦੀ ਹੈ ਫਿਰ ਕਿਸੇ ਪਾਸੇ ਹੱਥ ਮਾਰ ਲੈਂਦਾ। ਆਖਣ ਲੱਗੇ ਠੀਕ, ਨਹੀਂ ਛੱਡ ਸਕਦਾ। ਹੁਣ ਗੁਰੂ ਵੀ ਤਾਂ ਪੂਰਾ ਹੈ ਨਾ, ਅੱਗੋਂ ਜਿਹੜਾ ਮਿਲਿਆ ਉਹ ਹੁਣ ਘਾਟਵਾਦ ਵਾਲਾ ਤਾਂ ਹੈ ਨਹੀਂ ਕਿ ਕੋਈ ਘਾਟ ਉਹਦੇ ਵਿੱਚ। ਉਹ ਆਖਣ ਲੱਗਾ ਠੀਕ ਹੈ, ਚੋਰੀ ਕਰ ਲਈ, ਚੋਰੀ ਕਰ ਲਈ ਜ਼ਰੂਰ, ਪਰ 3 ਵਚਨ ਮੇਰੇ ਯਾਦ ਰੱਖੀ, 3 ਗੱਲਾਂ ਇਹ ਮੈਨੂੰ ਵਚਨ ਦੇ ਕਿ ਇਹ ਮੰਨੇਗਾ। ਆਖਣ ਲੱਗੇ ਠੀਕ ਹੈ। ਪਹਿਲੀ ਗੱਲ ਹੈ ਕਿ ਝੂਠ ਨਹੀਂ ਬੋਲਣਾ, ਕੁਝ ਮਰਜ਼ੀ ਹੋ ਜਾਏ, ਝੂਠ ਨਹੀਂ ਬੋਲਣਾ। ਦੂਜੀ ਗੱਲ ਹੈ ਕਿ ਜਿਸ ਘਰੋਂ ਕੁਝ ਛਕ ਲਵੇਂ ਉਹਦਾ ਖਾ ਕੇ ਹਰਾਮ ਨਹੀਂ ਕਰਨਾ, ਜਿਹਨੂੰ ਅਸੀਂ ਨਮਕ ਹਰਾਮੀ ਕਹਿੰਦੇ। ਅਤੇ ਤੀਸਰਾ ਇਹ ਹੈ ਕਿ ਤੇਰੇ ਕਰਕੇ ਕਿਸੇ ਹੋਰ ਨੂੰ ਦੁੱਖ ਨਹੀਂ ਹੋਣਾ ਚਾਹੀਦਾ, ਕਿ ਕੋਈ ਕੰਮ ਕਰੇ ਤੂੰ ਅਤੇ ਉਹਦੀ ਸਜ਼ਾ ਕਿਸੇ ਹੋਰ ਨੂੰ ਮਿਲੇ, ਕਿ ਤੇਰੇ ਕੀਤੇ ਦਾ ਫਲ ਹੈ ਉਹ ਕਿਸੇ ਹੋਰ ਨੂੰ ਨਹੀਂ ਮਿਲਣਾ ਚਾਹੀਦਾ, ਉਹ ਤੈਨੂੰ ਮਿਲੇ। ਆਖਣ ਲੱਗੀ ਠੀਕ ਹੈ ਕਿ ਗੁਰੂ ਜੀ ਮੈਂ ਤੁਹਾਨੂੰ ਵਚਨ ਦਿੰਦਾ ਹਾਂ ਕਿ ਇਹ 3 ਗੱਲਾਂ ਨੇ, ਇਹ 3 ਵਚਨ ਨੇ, ਇਹ ਮੈਂ ਪੂਰੇ ਨਿਭਾਵਾਂਗਾ, ਪਰ ਮੈਂ ਚੋਰੀ ਕਰਨੀ ਨਹੀਂ ਛੱਡ ਸਕਦਾ। ਆਖਣ ਲੱਗੇ ਠੀਕ ਹੈ, ਚੋਰੀ ਕਰਨੀ ਨਾ ਛੱਡ। ਹੁਣ ਸਹਿਜੇ ਹੀ ਕਿ ਹੁਣ ਜਿਵੇਂ ਉਹਦੀ ਰੂਟੀਨ ਸੀ, ਜਦੋਂ ਉਹਨੂੰ ਲੋੜ ਜਾਪੀ ਅਤੇ ਉਦੋਂ ਉਹ ਚਲਾ ਗਿਆ ਚੋਰੀ ਕਰਨ। ਹੁਣ ਮਨ ਦੇ ਵਿੱਚ ਇੱਕ ਖਿਆਲ ਵੀ ਹੈ ਕਿ ਬਹੁਤੀ ਛੋਟੀ ਮੋਟੀ ਕਰਦੇ ਹਾਂ, ਬੜਾ ਸਮਾਂ ਹੋ ਗਿਆ, ਇੱਕ ਵੱਡੀ ਚੋਰੀ ਕਰ ਲੈਂਦੇ ਹਾਂ, ਫਿਰ ਛੱਡ ਦੇਵਾਂਗੇ, ਐਵੇਂ ਕੋਈ ਫਾਇਦਾ ਤਾਂ ਹੈ ਨਹੀਂ। ਹੁਣ ਗੁਰੂ ਵੀ ਮਿਲ ਪਿਆ, ਉਹ ਵੀ ਆਖ ਗਿਆ, ਰੱਬ ਦਾ ਬੰਦਾ ਜਿਹੜਾ ਹੈ ਉਹ ਮਿਲਿਆ, ਉਹਨੇ ਵੀ ਆਖਿਆ ਕਿ ਨਾ ਕਰ। ਚਲੋ ਠੀਕ ਹੈ, ਕਹਿਣ ਲੱਗਾ ਕਿ ਹੁਣ ਹੁੰਦਾ ਹੀ ਨਾ ਇੱਕ ਵਾਰੀ ਕੋਈ ਸਾਫ਼ ਸੁਥਰਾ ਜਦੋਂ ਮਨੁੱਖ ਹੈ ਜਿਹੜਾ ਪਹੁੰਚਿਆ ਹੋਇਆ ਸਮਝਾਵੇ ਤਾਂ ਉਹਦਾ ਅਸਰ ਜ਼ਰੂਰ ਹੁੰਦਾ। ਇਸੇ ਤਰ੍ਹਾਂ ਹੋਇਆ। ਹੁਣ ਆਖਾਂ ਸੋਚਿਆ ਕਿ ਰਾਜ ਮਹਿਲ ਦੇ ਵਿੱਚ ਹੀ, ਰਾਜੇ ਦੇ ਮਹਿਲ 'ਚ ਹੀ ਚੋਰੀ ਕਰ ਲਈ ਜਾਏ ਕਿ ਚੰਗਾ ਹੱਥ ਮਾਰ ਲਵਾਂਗੇ, ਸਾਰੀ ਉਮਰ ਬੈਠੇ ਖਾਈ ਜਾਵਾਂਗੇ। ਹੁਣ ਚਲਾ ਗਿਆ। ਹੁਣ ਸਾਹਮਣੇ ਦਰਵਾਜ਼ੇ ਦੇ ਉੱਤੇ, ਗੇਟ ਦੇ ਉੱਤੇ ਜਿਹੜੇ 2 ਪਹਿਰੇਦਾਰ ਨੇ ਉਹ ਲੱਗੇ ਨੇ। ਹੁਣ ਜਾ ਕੇ ਸ਼ਾਮ ਜੀ ਦਾ, ਹਨੇਰੇ ਜੀ ਦੇ ਵੇਲੇ ਦਾ ਸਮਾਂ ਹੈ, ਉਹ ਜਾ ਕੇ ਪੁੱਛਦਾ ਹੈ। ਜਦੋਂ ਉਹਨਾਂ ਨੇ ਪੁੱਛਿਆ ਅੱਗੋਂ ਕਿ ਹਾਂ ਭਾਈ ਦੱਸ ਕੌਣ ਹੈ ਅਤੇ ਕੀ ਲੈਣ ਆਇਆ। ਹੁਣ ਉੱਥੇ ਜੇ ਤਾਂ ਕੋਈ ਹੋਰ ਹੁੰਦਾ ਜਾਂ ਗੁਰੂ ਨੂੰ ਨਾ ਮਿਲਿਆ ਹੁੰਦਾ, ਧੰਨ ਗੁਰੂ ਨਾਨਕ ਸਾਹਿਬ ਨਾਲ ਭੇਂਟ ਨਾ ਹੋਈ ਹੁੰਦੀ ਤਾਂ ਝੂਠ ਵੀ ਮਾਰ ਦੇਣਾ ਸੀ ਕਿ ਰਿਸ਼ਤੇਦਾਰ ਹੈ, ਫਲਾਣਾ ਫਲਾਣਾ। ਹੁਣ ਸੋਚਿਆ ਕਿ ਹੁਣ ਗੁਰੂ ਨੂੰ ਬਚਨ ਦਿੱਤਾ ਕਿ ਝੂਠ ਨਹੀਂ ਬੋਲਣਾ। ਆਖਣ ਲੱਗਾ ਮੈਂ ਚੋਰ ਐਂ ਅਤੇ ਮਹਿਲ ਦੇ ਵਿੱਚ ਚੋਰੀ ਕਰਨ ਆਇਆ। ਹੁਣ ਸਹਿਜੇ ਹੋਇਆ, ਉਹ ਆਖਣ ਲੱਗੇ ਕਿ ਕਮਾਲ ਹੈ, ਕਦੇ ਚੋਰ ਵੀ ਆਖਦਾ ਕਿ ਮੈਂ ਚੋਰੀ ਕਰਨਾ ਹੈ ਅਤੇ ਮੈਂ ਚੋਰ ਹੈ। ਜ਼ਰੂਰ ਕੋਈ ਰਾਜੇ ਦਾ ਰਿਸ਼ਤੇਦਾਰ ਹੋਏਗਾ, ਐਵੇਂ ਸਾਨੂੰ ਕਿਤੇ ਨੌਕਰੀ ਤੋਂ ਬਰਖਾਸਤ ਨਾ ਕਰਦੇ ਨੇ, ਇਹਨੂੰ ਲੰਘ ਜਾਣ ਦਿੰਦੇ। ਹੁਣ ਉਹਨਾਂ ਨੇ ਲੰਘ ਜਾਣ ਤਾਂ ਆਖਣ ਲੱਗੇ ਭਾਈ ਜਾ, ਚਲਾ ਜਾ, ਜਾ ਕੇ ਮਿਲ ਲਾ। ਰਾਜ ਮਹਿਲ 'ਚ ਚਲਾ ਗਿਆ।
ਹੁਣ ਜਾ ਕੇ ਬੜਾ ਐਕਸਪਰਟ ਸੀ ਆਪਣੇ ਕੰਮ ਦੇ ਵਿੱਚ, ਚੋਰੀ ਕਰ ਲਈ, ਧਨ ਪਦਾਰਥ ਗਹਿਣੇ ਇਕੱਠੇ ਕਰ ਲਏ। ਹੁਣ ਕਹਿੰਦੇ ਹੁੰਦੇ ਆ ਨਾ ਕਿ ਕਈ ਵਾਰ ਉਹ ਸਭ ਕੁਝ ਕਰਨ ਦੇ ਬਾਵਜੂਦ ਵੀ ਗੁਰੂ ਹੈ ਜਾਂ ਮਾਲਕ ਹੈ, ਉਹ ਦਿਮਾਗ ਦੇ ਵਿੱਚੋਂ ਇਹ ਗੱਲਾਂ ਕੱਢ ਵੀ ਦਿੰਦਾ ਕਿ ਕੀ ਕਰਨਾ ਕੀ ਨਹੀਂ ਕਰਨਾ। ਐਸਾ ਹੀ ਹੋਇਆ ਕਿ ਹੁਣ ਰਾਤ ਹੋ ਗਈ, ਹੁਣ ਸ਼ਾਮ ਦਾ ਆਇਆ, 2-4 ਘੰਟੇ 5 ਲੱਗ ਵੀ ਗਏ। ਹੁਣ ਕਹਿੰਦੇ ਕੁਛ ਚੱਖ ਲਿਆ ਜਾਏ। ਜਦੋਂ ਖਾ ਲਿਆ ਫਿਰ ਉਦੋਂ ਇਹ ਵੀ ਯਾਦ ਆ ਗਿਆ ਕਿ ਇਹ ਤਾਂ ਗਲਤੀ ਹੋ ਗਈ, ਕਿ ਹੁਣ ਇਹ ਵੀ ਵਚਨ ਦਿੱਤਾ ਸੀ ਕਿ ਖਾਣਾ ਕੁਝ ਨਹੀਂ ਹੈ, ਭਾਵ ਖਾ ਕੇ ਹਰਾਮ ਨਹੀਂ ਕਰਨਾ। ਹੁਣ ਮੈਂ ਤਾਂ ਖਾ ਵੀ ਲਿਆ ਅਤੇ ਮੈਂ ਹੁਣ ਇੱਥੇ ਦਗਾ ਨਹੀਂ ਕਮਾ ਸਕਦਾ, ਕਿ ਮੈਂ ਹੁਣ ਇੱਥੇ ਚੋਰੀ ਨਹੀਂ ਕਰ ਸਕਦਾ। ਹੁਣ ਜਿਹੜੀ ਪੰਡ ਬੰਨ੍ਹੀ ਸੀ, ਜਿਹੜੇ ਮਾਲ ਧਨ ਗਹਿਣੇ ਇਕੱਠੇ ਕੀਤੇ ਸੀ, ਉੱਥੇ ਹੀ ਰੱਖ ਕੇ ਅਤੇ ਆਪ ਚਲਾ ਗਿਆ। ਹੁਣ ਜਦੋਂ ਅਗਲਾ ਦਿਨ ਚੜ੍ਹਿਆ, ਸਵੇਰੇ ਪਤਾ ਲੱਗਾ ਕਿ ਇਹ ਕੀ ਗੱਲ, ਕੋਈ ਚੋਰ ਆਇਆ, ਆ ਕੇ ਚੋਰੀ ਵੀ ਕਰ ਲਈ ਹੈ, ਚੋਰੀ ਕਰਨ ਤੋਂ ਬਾਅਦ ਪੰਡ ਵੀ ਬੰਨ੍ਹ ਲਈ ਹੈ, ਪਰ ਲੈ ਕੇ ਗਿਆ ਨਹੀਂ, ਸਭ ਕੁਛ ਇੱਥੇ ਹੀ ਛੱਡ ਗਿਆ। ਸਭ ਕੁਝ ਪੂਰਾ ਹੈ, ਕੋਈ ਘਾਟ ਨਹੀਂ ਹੈ, ਸਾਰਾ ਕੁਝ ਹੀ ਪੂਰਾ ਹੈ। ਹੁਣ ਰਾਜੇ ਨੇ ਜਿਹੜਾ ਹੁਕਮ ਚਾੜ ਦਿੱਤਾ, ਫੌਜ ਨੂੰ ਆਖਿਆ ਕਿ ਜਿੰਨੇ ਵੀ ਚੋਰ ਨੇ ਉਹਨਾਂ ਸਾਰਿਆਂ ਨੂੰ ਫੜ ਲਿਆ ਜਾਵੇ। ਕਿਉਂਕਿ ਅੱਜ ਵੀ ਐਸਾ ਨਾ, ਕਈਆਂ ਦਾ ਨਾਂ ਪੱਕਾ ਹੀ ਲਿਖਿਆ ਹੁੰਦਾ ਥਾਣੇ 'ਚ ਕਿ ਫਲਾਣਾ ਫਲਾਣਾ ਬੰਦਾ ਕੰਮ ਕਰਦਾ, ਕਿ ਸਾਰਿਆਂ ਦੇ ਜਿਹੜੇ ਨਾਂ ਸਨ, ਜਿਹੜੇ ਚੋਰੀ ਕਰਦੇ ਸਨ ਆਦਿ, ਉਹਨਾਂ ਸਾਰਿਆਂ ਨੂੰ ਚੁੱਕ ਲਿਆਂਦਾ ਅਤੇ ਲਿਆ ਕੇ ਹੈ ਜਿਹੜਾ ਖੋਜੀ ਵੀ ਲਾ ਦਿੱਤੇ ਗਏ ਮਗਰ, ਕਿ ਖੋਜ ਕਰਕੇ ਦੱਸੋ, ਤੋਰ ਤੋਰ ਕੇ ਵੇਖੋ। ਕਿਉਂਕਿ ਪੁਰਾਣੇ ਸਮੇਂ ਵਿੱਚ ਜਾਂ ਅੱਜ ਵੀ ਕੁਝ ਥਾਵਾਂ 'ਤੇ ਐਸਾ ਹੈ ਕਿ ਜਦੋਂ ਕਿਸੇ ਦੀ ਪੈੜ ਲੱਭ ਲਈ ਜਾਂਦੀ, ਉਦੋਂ ਖੋਜੀ ਲਿਆਂਦੇ ਜਾਂਦੇ ਹੈ ਕਿ ਭਾਈ ਦੱਸ ਫਲਾਣੇ ਫਲਾਣੇ, ਫਿਰ ਚੋਰਾਂ ਨੂੰ ਇਕੱਠੇ ਕਰ ਲਿਆ ਜਾਂਦਾ ਕਿ ਇਸੇ ਤਰੀਕੇ ਨਾਲ ਤੁਰੋ। ਅਤੇ ਫਿਰ ਉਹ ਬੰਦਾ ਜਿਹੜਾ ਖੋਜੀ ਹੁੰਦਾ ਹੈ, ਉਹ ਵੇਖ ਕੇ ਦੱਸਦਾ ਕਿ ਫਲਾਣਾ ਬੰਦਾ ਚੋਰ ਹੈ, ਪੈੜ ਵੇਖ ਕੇ ਦੱਸਦਾ। ਹੁਣ ਖੋਜੀ ਵੀ ਲਿਆਂਦੇ ਗਏ, ਉਹਨਾਂ ਨੇ ਵੀ ਆਪਣਾ ਟੇਵਾ ਲਾਇਆ, ਪਰ ਗੱਲ ਨਾ ਬਣੀ। ਪਰ ਹੁਣ ਚੋਰਾਂ ਦੇ ਉੱਤੇ ਜਿਹੜਾ ਹੈ ਉਹ ਪਟਾ ਚਾੜ ਦਿੱਤਾ ਗਿਆ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੀ ਉਹਨੂੰ ਕੁੱਟੋ, ਕਿ ਦੱਸਣ ਕਿ ਜਾਂ ਇਹਨਾਂ 'ਚੋਂ ਕਿਸੇ ਨੇ ਕੀਤੀ ਜਾਂ ਇਹਨਾਂ ਦੇ ਕਿਸੇ ਸਾਥੀ ਨੇ ਕੀਤੀ ਹੈ। ਐਸਾ ਹੀ ਹੋਇਆ। ਜਦੋਂ ਪਤਾ ਲੱਗਾ ਭਾਈ ਭੂਮੀਏ ਨੂੰ ਕਿ ਚੋਰੀ ਮੈਂ ਕੀਤੀ ਹੈ, ਪਰ ਕੁੱਟੇ ਹੋਰ ਲੋਕ ਜਾ ਰਹੇ ਆ, ਸਜ਼ਾ ਉਹਨਾਂ ਨੂੰ ਮਿਲ ਰਹੀ ਹੈ, ਕੰਮ ਤਾਂ ਮੈਂ ਕੀਤਾ। ਚਲਾ ਗਿਆ ਤਿਆਰ ਹੋ ਕੇ, ਜਾ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਹੋਇਆ। ਆਖਣ ਲੱਗਾ ਕਿ ਰਾਜਾ ਜੀ ਇਹਨਾਂ ਸਾਰਿਆਂ ਨੂੰ ਛੱਡ ਦਿਓ। ਆਖਣ ਲੱਗਾ ਕਿਉਂ? ਆਖਣ ਲੱਗਾ ਜੀ ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਚੋਰੀ ਮੈਂ ਕੀਤੀ ਹੈ ਅਤੇ ਇਹਦੀ ਮੇਰੇ ਕੀਤੇ ਦੀ ਸਜ਼ਾ ਇਹਨਾਂ ਨੂੰ ਜਿਹੜੀ ਹੈ ਉਹ ਨਹੀਂ ਦੇਣੀ, ਉਹ ਇਹਨਾਂ ਦੀ ਨਹੀਂ ਬਣਦੀ। ਆਖਣ ਲੱਗਾ ਕਿ ਚੱਲ ਠੀਕ ਹੈ, ਮੰਨ ਲਈ ਤੇਰੀ ਗੱਲ, ਚੋਰੀ ਤੂੰ ਕੀਤੀ ਹੈ, ਪਰ ਤੂੰ ਆਇਆ ਕਿਉਂ ਹੈ? ਆਖਣ ਲੱਗਾ ਇਹ ਮੇਰੇ ਵੀ ਗੁਰੂ ਦਾ ਵਚਨ, ਮੈਂ ਆਪਣੇ ਗੁਰੂ ਨੂੰ ਵਚਨ ਦਿੱਤਾ ਕਿ ਮੇਰੇ ਕੀਤੇ ਦੀ ਸਜ਼ਾ ਕਿਸੇ ਹੋਰ ਨੂੰ ਨਾ ਮਿਲੇ, ਇਸ ਕਰਕੇ ਮੈਂ ਆਇਆ। ਆਖਣ ਲੱਗਾ ਅੱਛਾ, ਹੋਰ ਕਿਹੜੇ ਕਿਹੜੇ ਵਚਨ ਕੀਤੇ ਹੈ? ਅਤੇ ਜਦੋਂ ਪਹਿਰੇਦਾਰਾਂ ਨੂੰ ਪੁੱਛਿਆ ਗਿਆ, ਆਖਣ ਲੱਗਾ ਕਿ ਮੈਂ ਝੂਠ ਨਹੀਂ ਬੋਲਣਾ, ਖਾ ਕੇ ਹਰਾਮ ਨਹੀਂ ਕਰਨਾ, ਅਤੇ ਤੀਸਰਾ ਮੇਰੇ ਕੀਤੇ ਦੀ ਸਜ਼ਾ ਕਿਸੇ ਨੂੰ ਹੋਰ ਨਹੀਂ ਮਿਲਣੀ ਚਾਹੀਦੀ। ਆਖਣ ਲੱਗੇ ਇਹ ਵਚਨਾਂ 'ਤੇ ਪੂਰਾ ਸਾਂ। ਦਰਵਾਜ਼ੇ ਦੇ ਪਹਿਰੇਦਾਰਾਂ ਨੂੰ ਜਦੋਂ ਮੈਨੂੰ ਪੁੱਛਿਆ ਕਿ ਕੌਣ ਹੈ, ਕੀ ਕਰਨ ਆਇਆ, ਮੈਂ ਆਖਿਆ ਮੈਂ ਚੋਰ ਹਾਂ, ਚੋਰੀ ਕਰਨ ਆਇਆ। ਹੁਣ ਪਹਿਰੇਦਾਰਾਂ ਨੂੰ ਬੁਲਾਇਆ ਗਿਆ, ਪੁੱਛਿਆ, ਆਖਣ ਲੱਗਾ ਜੀ ਬਿਲਕੁਲ ਇਹਨੇ ਇਹੀ ਜਵਾਬ ਦਿੱਤਾ ਸਾਨੂੰ ਜਦੋਂ ਅਸੀਂ ਪੁੱਛਿਆ ਕਿ ਕੌਣ ਹੈ, ਕੀ ਕਰਨ ਆਇਆ। ਆਖਣ ਲੱਗਾ ਮੈਂ ਚੋਰ ਹਾਂ, ਚੋਰੀ ਕਰਨ ਆਇਆ, ਪਰ ਅਸੀਂ ਆਖਿਆ ਕਿ ਸ਼ਾਇਦ ਤੁਹਾਡਾ ਕੋਈ ਰਿਸ਼ਤੇਦਾਰ ਹੋਏਗਾ, ਲਾਗੇ ਦੇਗੇ ਵਾਲਾ ਹੋਏਗਾ, ਇਸ ਕਰਕੇ ਅਸੀਂ ਜਾਣ ਦਿੱਤਾ। ਹੁਣ ਉਹ ਦੇਖੋ ਕਿ ਫਿਰ ਰਾਜਾ ਆਖਦਾ ਕਿ ਜੇ ਇੰਨਾ ਸੱਚਾ ਸੁੱਚਾ ਹੈ, ਇਹਨੂੰ ਸਜ਼ਾ ਦੇਣੀ ਨਹੀਂ ਬਣਦੀ, ਇਹ ਮੇਰੇ ਰਾਜ ਮਹਿਲ ਦੇ ਵਿੱਚ ਜਿਹੜਾ ਹੈ ਉਹ ਖਾਸ ਪਦਵੀ ਪ੍ਰਾਪਤ ਮਨੁੱਖ ਚਾਹੀਦਾ, ਖਾਸ ਪਦਵੀ ਦਿੱਤੀ ਗਈ। ਖੈਰ ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਦੇਖੋ ਕਿ ਗੁਰੂ ਫਿਰ ਰਹਿਮਤ ਕਿਵੇਂ ਕਰਦਾ ਹੈ, ਕਿਉਂਕਿ ਬਹੁਤ ਵਾਰੀ ਮਨੁੱਖ ਹੈ ਉਹ ਆਪਣੇ ਪਹਿਲੇ ਕੀਤੇ ਹੋਏ ਕਰਮਾਂ ਦੀ ਕਿਰਤ ਕਰਕੇ ਪਹਿਲਾਂ ਜਿਹੜੇ ਵਿਕਾਰ ਕਮਾਉਂਦਾ ਹੈ ਉਹਦੇ ਕਰਕੇ ਬਦਲ ਨਹੀਂ ਸਕਦਾ ਕਿ ਮੈਂ ਬਦਲ ਜਾਵਾਂ। ਪਰ ਜਦੋਂ ਗੁਰੂ ਰਹਿਮਤ ਕਰਦਾ ਹੈ ਉਦੋਂ ਫਿਰ ਜੀਵਨ ਬਦਲ ਜਾਂਦਾ ਹੈ। ਪਰ ਸਾਡੇ ਕਹਿਣ ਦੇ ਨਾਲ ਕਦੇ ਵੀ ਕੋਈ ਮਨੁੱਖ ਹੈ ਜਿਹੜਾ ਉਹ ਆਪਣੇ ਪਹਿਲੇ ਕੀਤੇ ਕਰਮਾਂ ਦੀ ਕਿਰਤ ਕਰਕੇ, ਵਿਕਾਰਾਂ ਦੇ ਕਰਕੇ ਉਹ ਬਦਲਦਾ ਨਹੀਂ ਹੈ। ਭਾਵੇਂ ਕੋਈ ਦੁਨਿਆਵੀ ਆਮ ਤੌਰ 'ਤੇ ਅਸੀਂ ਦੇਖ ਲਈਏ ਕਿ ਆਪਣੇ ਕਿਸੇ ਵੀ ਵਪਾਰ ਦੇ ਵਿੱਚ, ਛੋਟਾ ਹੋਵੇ ਵੱਡਾ ਹੋਵੇ, ਉਹ ਜੇਕਰ ਬੇਈਮਾਨੀ ਕਰਦਾ ਹੋਵੇ ਨਾ,
ਉਹਨੂੰ ਓਨਾ ਚਿਰ ਇੰਜ ਲੱਗਦਾ ਹੈ ਮੈਂ ਕੁਝ ਕਮਾਈ ਕੀਤੀ ਨਹੀਂ ਹੈ ਜਿੰਨਾ ਚਿਰ ਮੈਂ ਕੁਝ ਮਿਲਾਵਟ ਨਾ ਕਰ ਲਵਾਂ। ਕਿਉਂਕਿ ਐਸਾ ਬਹੁਤ ਹੈ ਨਾ ਕਿ ਆਮ ਦੇਖਦੇ ਹਾਂ ਕਈ ਵਾਰ ਅਸੀਂ ਖੇਤਾਂ ਦੇ ਵਿੱਚ ਜਿਹੜੇ ਹੈ ਆ ਸਬਜ਼ੀ ਬੀਜੀ ਜਾਂਦੀ ਉਹਨਾਂ ਨੂੰ ਵੇਖੋ ਕਿੰਨੇ ਟੀਕੇ ਲਾਏ ਜਾਂਦੇ ਹੈ ਕਿ ਅੱਜ ਰਾਤ ਨੂੰ ਇੱਕ ਬਿਲਕੁਲ ਛੋਟਾ ਜਿਹਾ ਫਲ ਹੁੰਦਾ ਹੈ, ਅਗਲੇ ਦਿਨ ਨੂੰ ਕਿੰਨਾ ਵੱਡਾ ਹੋ ਜਾਂਦਾ ਹੈ। ਕਿ ਮਨੁੱਖ ਸੋਚਦਾ ਹੈ ਨਾ, ਹੁਣ ਉਹਨੂੰ ਜੇ ਸਮਝਾਈਏ ਤਾਂ ਆਖੇਗਾ ਨਹੀਂ ਨਹੀਂ ਤੁਸੀਂ ਚਲੋ ਮੇਰਾ ਹੀ ਖੇਤ, ਮੈਂ ਹੀ ਕੁਝ ਕਰਦਾ ਪਿਆ। ਐਸਾ ਬੜਾ ਕੁਝ ਦੇਖਣ ਨੂੰ ਮਿਲਦਾ। ਹੁਣ ਜਿਹੜਾ ਦੁੱਧ ਵਾਲਾ ਜੇ ਦੁੱਧ ਵੇਚਦਾ ਹੋਏ, ਜੇ ਪਾਣੀ ਪਾਉਂਦਾ ਹੋਏ, ਵਿੱਚ ਸੁੱਕਾ ਵੀ ਲਾ ਲੈਂਦਾ ਹੋਏ, ਹੋਰ ਵੀ ਪਤਲਾ ਵੀ ਕਰ ਲੈਂਦਾ ਹੋਏ, ਕਰੀਮ ਵੀ ਕੱਢ ਲੈਂਦਾ ਹੋਏ, ਫਿਰ ਵੀ ਰੇਟ ਉਹ ਪੂਰੇ ਅਸਲੀ ਦੁੱਧ ਵਾਲਾ ਲਾਵੇ ਤਾਂ ਉਹ ਕਦੇ ਆਖੇ ਉਹਨੂੰ ਸਮਝਾਈਏ ਕਿ ਨਾ ਕਰ, ਅਤੇ ਉਹ ਸਮਝੇਗਾ ਨਹੀਂ। ਸਾਡੇ ਸਮਝਾਉਣ ਦੇ ਨਾਲ ਉਹ ਸਮਝੇਗਾ ਨਹੀਂ ਜਿੰਨਾ ਚਿਰ ਗੁਰੂ ਦੇ ਸ਼ਬਦ ਵਿੱਚ ਉਹਦੀ ਪ੍ਰਤੀਤ ਨਹੀਂ ਬਣਦੀ। ਇਸ ਕਰਕੇ ਪਾਤਸ਼ਾਹ ਜੀ ਆਖਦੇ ਜੇ ਹਰ ਹਰ ਕੀਚੈ ਬਹੁਤ ਲੋਚੀਐ ਕਿਰਤ ਨਾ ਮੇਟਿਆ ਜਾਏ। ਕਿ ਜਿਹੜਾ ਮਨੁੱਖ ਵਿਕਾਰ ਕਮਾ ਰਿਹਾ ਹੈ, ਕਮਾਉਂਦਾ ਹੀ ਜਾ ਰਿਹਾ ਹੈ, ਪਹਿਲਾਂ ਵੀ ਕਮਾਉਂਦਾ ਰਿਹਾ ਹੈ, ਉਹਨੂੰ ਸਮਝਾਉਣ ਦੇ ਨਾਲ ਹੈ ਜਿਹੜਾ ਜੇ ਤਾਂਗ ਕਰੀਏ ਕਿ ਇਹ ਸਮਝ ਜਾਏ, ਇਹ ਪ੍ਰਤੀਤ ਬਣਾ ਲਏ, ਤਾਂ ਇਹ ਬਹੁਤ ਮੁਸ਼ਕਲ ਕਾਰਜ ਹੈ। ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ। ਇਹਦਾ ਉਚਾਰਨ ਭਗਤੀ ਨਹੀਂ ਹੈ, ਭਗਤੀ, ਭਗਤਾਂ ਨੇ, ਬਹੁਵਚਨ ਦੇ ਵਿੱਚ ਹੈ, ਬਹੁਤੇ ਭਗਤਾਂ ਦੀ ਗੱਲ ਹੈ। ਭਗਤੀ ਨਾਸਕੀ ਉਚਾਰਨ ਹੋਏਗਾ ਇਸ ਦਾ। ਹਰ ਕਾ ਭਾਣਾ ਭਗਤੀ ਮੰਨਿਆ, ਭਗਤਾਂ ਨੇ ਮੰਨਿਆ, ਸਦ ਸੇ ਭਗਤ ਪਏ ਦਰ ਥਾਏ। ਅੱਗੇ ਦੇਖੋ ਫਿਰ ਭਗਤ ਜਿਹੜਾ ਹੈ ਉਹ ਬਹੁਵਚਨ ਹੈ ਕਿ ਸੇ ਉਹ ਭਗਤ ਪਏ ਦਰ ਥਾਏ, ਉਸ ਮਾਲਕ ਦੇ ਦਰ 'ਤੇ, ਭਾਵ ਕਿ ਉਹਨਾਂ ਉਹ ਕਬੂਲ ਹੋ ਗਏ ਨੇ। ਪਾਤਸ਼ਾਹ ਜੀ ਆਖਣ ਲੱਗੇ ਕਿ ਭਗਤ ਜਨ ਹੀ ਪਰਮਾਤਮਾ ਦੀ ਰਜ਼ਾ ਨੂੰ ਪ੍ਰਵਾਨ ਕਰਦੇ ਨੇ, ਭਾਵ ਭਾਣੇ ਨੂੰ ਮੰਨਦੇ ਨੇ, ਰਜ਼ਾ ਨੂੰ ਮੰਨਦੇ ਹਨ, ਅਤੇ ਉਹ ਭਗਤ ਹੀ ਪਰਮਾਤਮਾ ਦੇ ਦਰ 'ਤੇ ਕਬੂਲ ਹੁੰਦੇ ਹਨ। ਇਸ ਕਰਕੇ ਕਈ ਵਾਰ ਇਹ ਸ਼ਬਦ ਹੈ ਜਿਹੜਾ ਉਹ ਇਸ ਤਰ੍ਹਾਂ ਆਏਗਾ ਭਗਤੀ, ਪਰ ਬਹੁਤੀ ਵਾਰ ਉਚਾਰਨ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਪ੍ਰਕਰਨ ਅਨੁਸਾਰ ਵੇਖਾਂਗੇ ਹੋਰ ਵੀ ਕਈ ਥਾਵਾਂ 'ਤੇ ਉੱਥੇ ਅਰਥ ਭਗਤੀ ਵੀ ਹੋਵੇਗਾ, ਪਰ ਕਈ ਵਾਰ ਹੈ ਜਿਹੜਾ ਉਹ ਭਗਤੀ ਜਦੋਂ ਅਰਥ ਇਹਦਾ ਭਗਤਾਂ ਨੇ ਹੋਏਗਾ, ਭਗਤਾਂ ਨੇ, ਭਗਤੀ ਭਗਤਾਂ ਨੇ ਹੋਏਗਾ, ਉਦੋਂ ਇਹਦਾ ਉਚਾਰਨ ਭਗਤੀ ਹੋਵੇਗਾ। ਗੁਰ ਸ਼ਬਦ ਦਿੜਾਵੈ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ। ਪਹਿਲਾ ਵਿਸ਼ਰਾਮ ਆਪਾਂ ਗੁਰ 'ਤੇ ਲਾਇਆ ਹੈ, ਗੁਰ 'ਤੇ ਥੋੜ੍ਹਾ ਰੁਕਣਾ ਹੈ। ਗੁਰ ਸ਼ਬਦ ਦਿੜਾਵੈ ਰੰਗ ਸਿਉ। ਪਾਤਸ਼ਾਹ ਜੀ ਆਖਣ ਲੱਗੇ ਕਿ ਗੁਰੂ ਪ੍ਰੇਮ ਨਾਲ ਆਪਣਾ ਸ਼ਬਦ ਸ਼ਰਨ ਆਏ ਮਨੁੱਖ ਦੇ ਹਿਰਦੇ ਵਿੱਚ ਪੱਕਾ ਕਰਦਾ ਹੈ ਕਿ ਜਿਹੜਾ ਸ਼ਰਧਾ ਧਾਰ ਕੇ ਗੁਰੂ ਦੇ ਕੋਲ ਆ ਜਾਂਦਾ ਹੈ ਨਾ, ਫਿਰ ਗੁਰੂ ਆਪਣਾ ਸ਼ਬਦ ਪ੍ਰੇਮ ਸਹਿਤ ਉਸ ਮਨੁੱਖ ਦੇ ਹਿਰਦੇ ਵਿੱਚ ਜੀਵਨ ਵਿੱਚ ਪੱਕਾ ਕਰ ਦਿੰਦਾ ਹੈ। ਪਰ ਗੁਰੂ ਵੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਹੈ ਜਿਹੜਾ ਉਹਦਾ ਮਿਲਾਪ ਨਹੀਂ ਹੁੰਦਾ ਹੈ, ਭਾਵ ਕਿ ਜੇ ਉਹ ਮਾਲਕ ਹੀ ਉਦੋਂ ਬਖਸ਼ੇ ਕਿ ਕੋਈ ਬਿੱਧ ਬਣਾਏ ਤਾਂ ਹੀ ਗੁਰੂ ਦੇ ਚਰਨਾਂ ਵਿੱਚ ਪ੍ਰੇਮ ਜੁੜਦਾ ਹੈ। ਜੇ ਸੌ ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੈ ਧਾਏ। ਜੇ 100 ਤੋਂ ਭਾਵ ਸੈਂਕੜਾ, 100 ਜਿਹਨੂੰ ਅਸੀਂ ਆਖਦੇ ਹਾਂ। ਪਾਤਸ਼ਾਹ ਜੀ ਆਖਣ ਲੱਗੇ ਜੇ 100 ਅੰਮ੍ਰਿਤ ਨੀਰੀਐ ਕਿ ਗੁਰੂ ਤੋਂ ਬੇਮੁਖ ਮਨੁੱਖ ਮਾਨੋ ਇੱਕ ਐਸਾ ਰੁੱਖ ਹੈ, ਐਸਾ ਇੱਕ ਦਰਖਤ ਹੈ। ਜੇ 100 ਅੰਮ੍ਰਿਤ ਨੀਰੀਐ ਕਿ ਜੇਕਰ ਉਸ ਨੂੰ 100 ਵਾਰੀ ਵੀ ਅੰਮ੍ਰਿਤ ਸਿੰਜੀਏ, ਭਾਵ ਕਿ ਅੰਮ੍ਰਿਤ ਉਹਦੇ ਮੁੱਢ ਦੇ ਨਾਲ ਪਾਇਆ ਜਾਏ ਤਾਂ ਵੀ ਉਸ ਨੂੰ ਜ਼ਹਿਰ ਦਾ ਫਲ ਹੀ ਛੇਤੀ ਲੱਗਦਾ, ਕਿ ਉਹਨੂੰ ਜ਼ਹਿਰ ਰੂਪੀ ਫਲ ਹੀ ਲੱਗੇਗਾ। ਜਦੋਂ ਮਰਜ਼ੀ ਜਿਹੜਾ ਹੈ ਉਹਨੂੰ
ਅੰਮ੍ਰਿਤ ਹੀ ਪਾਈ ਜਾਓ, ਅੰਮ੍ਰਿਤ ਹੀ ਪਾਈ ਜਾਓ ਉਹਦੇ ਮੁੱਢ ਦੇ ਨਾਲ, ਪਰ ਫਿਰ ਵੀ ਉਸ ਨੂੰ ਜਿਹੜਾ ਹੈ ਛੇਤੀ ਦੇ ਨਾਲ ਭੀ ਬਿਖ ਫਲ ਲਾਗੈ ਧਾਏ, ਉਹਨੂੰ ਬਿਖ ਜ਼ਹਿਰ ਰੂਪ ਫਲ ਹੀ ਲੱਗਦਾ ਹੈ। ਕਿ ਜਿਵੇਂ ਬਹੁਤ ਚੰਦਨ ਦੇ ਬੂਟੇ ਦੇ ਕੋਲ ਜਿਤਨੇ ਮਰਜ਼ੀ ਜੜੀਆਂ ਬੂਟੀਆਂ ਦਰਖਤ ਉੱਗ ਪੈਣ, ਸਾਰੇ ਸੁਗੰਧਿਤ ਹੋ ਜਾਂਦੇ ਹੈ, ਪਰ ਇੱਕ ਵਾਂਸ ਅਜਿਹਾ ਵੀ ਹੁੰਦਾ ਹੈ ਕਿ ਜਿਹੜਾ ਮੁੱਢ ਦੇ ਵਿੱਚ ਭਾਵੇਂ ਉੱਗ ਪਏ ਪਰ ਫਿਰ ਵੀ ਉਹ ਸੁਗੰਧਿਤ ਨਹੀਂ ਹੁੰਦਾ, ਕਿਉਂਕਿ ਉਹ ਅੰਦਰੋਂ ਖਾਲੀ ਹੁੰਦਾ ਹੈ। ਉਹ ਹਮੇਸ਼ਾ ਹੀ ਆਪਣੇ ਆਪ ਨੂੰ ਅਕੜਾ ਕੇ ਰੱਖਦਾ ਹੈ। ਉਹ ਹਮੇਸ਼ਾ ਹੀ ਜਿਹੜਾ ਉਹਦੇ ਵਿੱਚ ਇੱਕ ਅਜਿਹੀ ਜਿਹੜੀ ਹੈ, ਭਾਵੇਂ ਕਿ ਸਾਰੇ ਦਰਖਤਾਂ ਦੇ ਵਿੱਚ ਹੀ ਅੱਗ ਹੁੰਦੀ ਹੈ, ਪਰ ਉਹ ਜਦੋਂ ਆਪਸ ਵਿੱਚ ਘਿਸਰਦਾ ਹੈ ਤੇ ਅੱਗ ਲੱਗ ਜਾਂਦੀ ਹੈ। ਕਿ ਇੰਨਾ ਜ਼ਿਆਦਾ ਜਿਹੜਾ ਹੈ ਉਹਦੇ ਵਿੱਚ ਉਹ ਅਗਨੀ ਹੁੰਦੀ ਹੈ, ਉਹ ਜਲਦਾ ਰਹਿੰਦਾ ਹੈ, ਬੜਾ ਅਕੜਾ ਕੇ ਸਿੱਧਾ ਚੱਲਦਾ ਹੈ, ਕਿਸੇ ਦੇ ਨਾਲ ਮੇਲ ਮਿਲਾਪ ਨਹੀਂ ਕਰਦਾ, ਅੰਦਰੋਂ ਉਹ ਖਾਲੀ ਹੁੰਦਾ ਹੈ। ਚੰਦਨ ਦੇ ਕੋਲ ਰਹਿੰਦਿਆਂ ਹੋਇਆਂ ਵੀ ਉਹ ਸੁਗੰਧਿਤ ਨਹੀਂ ਹੁੰਦਾ। ਇਹੋ ਹੀ ਸਤਿਗੁਰੂ ਪਾਤਸ਼ਾਹ ਜੀ ਇੱਥੇ ਆਖ ਰਹੇ ਨੇ ਕਿ ਭਾਵੇਂ ਮਨਮੁਖ ਮਨੁੱਖ ਐਸਾ ਹੁੰਦਾ ਹੈ ਕਿ ਫਿਰ ਭਾਵੇਂ ਉਹ ਇੱਕ ਐਸੇ ਦਰਖਤ ਵਰਗਾ ਹੈ, ਭਾਵੇਂ ਉਹਦੇ ਮੁੱਢ ਨਾਲ ਅੰਮ੍ਰਿਤ ਵੀ ਪਾਈ ਜਾਈਏ, ਪਰ ਤਾਂ ਵੀ ਉਹਨੂੰ ਜ਼ਹਿਰ ਵਾਲਾ ਫਲ ਹੀ ਲੱਗੇਗਾ। ਉਹ ਮਾੜਾ ਹੀ ਸੋਚੇਗਾ, ਪੁੱਠਾ ਹੀ ਸੋਚੇਗਾ, ਉਹ ਕਦੇ ਸਿੱਧਾ ਨਹੀਂ ਸੋਚੇਗਾ, ਭਾਵੇਂ ਜਿੰਨਾ ਮਰਜ਼ੀ ਉਹ ਉਸ ਨੂੰ ਸਮਝਾਇਆ ਜਾਵੇ। ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ, ਇਸ ਪੰਕਤੀ ਦੇ ਅਰਥ ਕੀ ਹੋਣਗੇ ਜੀ? ਸੇ ਜਨ ਸੱਚੇ ਨਿਰਮਲੇ, ਹਾਂਜੀ, ਸੇ ਜਨ ਦਾ ਕੀ ਅਰਥ ਹੈ? ਉਹ ਜਨ ਸੇਵਕ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ, ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚੇ ਗੁਰੂ ਦੇ ਨਾਲ, ਮਾਲਕ ਦੇ ਨਾਲ ਜਿਹੜਾ ਹੈ, ਗੁਰੂ ਦੇ ਨਾਲ ਪ੍ਰੇਮ ਪਿਆਰ ਟਿਕਿਆ ਰਹਿੰਦਾ ਹੈ, ਬਣਿਆ ਰਹਿੰਦਾ ਹੈ। ਉਹ ਮਨੁੱਖ ਹੀ ਫਿਰ ਪਵਿੱਤਰ ਜੀਵਨ ਵਾਲੇ ਹੈ। ਉਹ ਹੀ ਸੱਚੇ ਦੇ ਨਾਲ ਜਿਹੜੇ ਹਨ ਉਹ ਸੱਚੇ ਹਨ ਅਤੇ ਸੱਚ ਦੇ ਨਾਲ ਜੁੜੇ ਹੋਏ ਹਨ। ਸਤਿਗੁਰ ਕਾ ਭਾਣਾ ਕਮਾਵਦੇ ਬਿਖ ਹਉਮੈ ਤਜ ਵਿਕਾਰ, ਹੁਣ ਇਸ ਪੰਕਤੀ ਦੇ ਅਰਥ ਵੀ ਆਪਾਂ ਸਾਰੇ ਰਲ ਕੇ ਕਰਾਂਗੇ ਕਿ ਬਿਖ ਹਉਮੈ ਤਜ ਵਿਕਾਰ। ਫਿਰ ਧਿਆਨ ਰੱਖਿਓ, ਸੇ ਜਨ, ਸੇ ਜਨ ਇਹਦੇ ਨਾਲ ਵੀ ਉਸੇ ਤਰ੍ਹਾਂ ਆਏਗਾ। ਕੀ ਕਰਦੇ ਹੈ? ਬਿਖ ਹਉਮੈ ਤਜ ਵਿਕਾਰ, ਹਉਮੈ ਦਾ ਜ਼ਹਿਰ ਹੈ ਅਤੇ ਵਿਕਾਰ ਉਹ ਤਿਆਗ ਕੇ, ਉਹ ਛੱਡ ਕੇ, ਤਜ ਤੋਂ ਭਾਵ ਛੱਡ ਕੇ, ਤਿਆਗ ਕੇ ਕੀ ਕਰਦੇ ਹੈ? ਸਤਿਗੁਰ ਕਾ ਭਾਣਾ ਕਮਾਉਂਦੇ, ਸਤਿਗੁਰੂ ਦੇ ਭਾਣੇ ਨੂੰ, ਸ਼ਬਦ ਨੂੰ ਹੀ ਆਪਣੀ ਜੀਵਨ ਵਿੱਚ ਕਮਾਉਂਦੇ ਨੇ, ਭਾਵ ਗੁਰੂ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦੇ ਨੇ। ਤੇ ਛੱਡਦੇ ਕੀ ਕੀ ਨੇ? ਬਿਖ ਹਉਮੈ, ਇਹ ਜ਼ਹਿਰ ਰੂਪੀ ਜਿਹੜੀ ਹਉਮੈ ਹੈ ਅਤੇ ਵਿਕਾਰਾਂ ਨੂੰ ਆਪਣੇ ਜੀਵਨ ਵਿੱਚੋਂ ਤਿਆਗ ਦਿੰਦੇ ਹਨ। ਮਨ ਹਠ ਕਿਤੈ ਉਪਾਏ ਨਾ ਛੁੱਟੀਐ, ਸਿਮਰਿਤ ਸ਼ਾਸਤਰ ਸੋਧੋ ਜਾਏ। ਪਾਤਸ਼ਾਹ ਜੀ ਆਖਣ ਲੱਗੇ ਮਨ ਹਠ ਕਿਤੈ ਉਪਾਏ, ਕਿ ਜਿਹੜਾ ਮਨ ਦਾ ਹੱਠੀ ਹੈ, ਆਪਣੇ ਮਨ ਦੇ ਹੱਠ ਨਾਲ ਕਿਤੇ ਉਪਾਏ ਨਾ ਛੁੱਟੀਏ, ਕਿ ਜਿਹੜਾ ਮਨ ਦਾ ਹੱਠ ਕਰਦਾ ਹੈ ਉਹ ਕਿਸੇ ਵੀ ਤਰੀਕੇ ਨਾਲ ਛੁੱਟ ਨਹੀਂ ਸਕਦਾ, ਵਿਕਾਰਾਂ ਤੋਂ ਬਚ ਨਹੀਂ ਸਕਦਾ, ਭਾਵ ਵਿਕਾਰਾਂ ਦੇ ਉੱਤੇ ਕਾਬੂ ਨਹੀਂ ਪਾ ਸਕਦਾ। ਕਿ ਭਾਵੇਂ ਕੀ ਕਰ ਲਓ? ਸਿਮਰਿਤ ਸ਼ਾਸਤਰ ਸੋਧੋ ਜਾਏ, ਸੋਧੋ ਤੋਂ ਭਾਵੇ ਕਿ ਵੇਖ ਲਓ, ਕਿ ਵਿਚਾਰ ਕੇ ਵੇਖ ਲਓ, ਕਿ ਸਿਮਰਤੀਆਂ ਅਤੇ ਸ਼ਾਸਤਰ ਕਹਿਣ ਤੋਂ ਭਾਵ ਕਿ ਧਾਰਮਿਕ ਗ੍ਰੰਥਾਂ ਨੂੰ ਭਾਵੇਂ ਗਹੁ ਦੇ ਨਾਲ ਵਿਚਾਰ ਕੇ ਵੇਖ ਲਓ। ਜਿਹੜਾ ਵੀ ਮਨ ਦਾ ਹੱਠ ਕਰਦਾ ਹੈ
ਉਹ ਕਿਸੇ ਵੀ ਤਰੀਕੇ ਦੇ ਨਾਲ ਵਿਕਾਰਾਂ ਤੋਂ ਛੁੱਟ ਨਹੀਂ ਸਕਦਾ, ਮਾਇਆ ਤੋਂ ਬਚ ਨਹੀਂ ਸਕਦਾ ਹੈ। ਮਿਲ ਸੰਗਤ ਸਾਧੂ ਉਬਰੇ, ਗੁਰ ਕਾ ਸ਼ਬਦ ਕਮਾਏ। ਹੁਣ ਪਾਤਸ਼ਾਹ ਜੀ ਵੇਖੋ ਕਿੰਨਾ ਸੋਹਣਾ ਸਮਝਾ ਰਹੇ ਕਿ ਜੇ ਬਚਣਾ ਹੈ ਨਾ, ਇਹਦੇ ਵਾਸਤੇ ਤਰੀਕਾ ਇੱਕੋ ਹੀ ਹੈ ਕਿ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ, ਗੁਰੂ ਦੀ ਸੰਗਤ ਵਿੱਚ ਮਿਲ ਕੇ ਹੀ ਮਨੁੱਖ ਹਉਮੈ ਦੇ ਵਿਕਾਰ ਤੋਂ ਬਚਦੇ ਹਨ, ਬਚ ਸਕਦੇ ਨੇ। ਇੱਕੋ ਹੀ ਤਰੀਕਾ ਹੈ, ਹੋਰ ਕੋਈ ਤਰੀਕਾ ਨਹੀਂ। ਕੋਈ ਮਨ ਦਾ ਹੱਠ ਕਰੀ ਜਾਏ, ਭਾਵੇਂ ਕੁਝ ਮਰਜ਼ੀ ਕਰੀ ਜਾਏ, ਪਰ ਮਿਲ ਸੰਗਤ ਸਾਧੂ ਉਭਰੇ। ਸਾਧੂ ਤੋਂ ਭਾਵ ਗੁਰੂ, ਕਿ ਗੁਰੂ ਦੀ ਸੰਗਤ ਵਿੱਚ ਗੁਰੂ ਦੀ ਸ਼ਰਨ ਪੈ ਕੇ ਹੀ ਉਭਰੇ ਤੋਂ ਭਾਵ ਬਚ ਸਕੀਦਾ ਹੈ ਇਹਨਾਂ ਵਿਕਾਰਾਂ ਤੋਂ। ਗੁਰ ਕਾ ਸ਼ਬਦ ਕਮਾਏ, ਗੁਰੂ ਦੇ ਸ਼ਬਦ ਨੂੰ ਜੀਵਨ ਦਾ ਆਧਾਰ ਆਸਰਾ ਬਣਾ ਕੇ। ਹਰ ਕਾ ਨਾਮ ਨਿਧਾਨ ਹੈ, ਜਿਸ ਅੰਤ ਨ ਪਾਰਾਵਾਰ। ਪਾਤਸ਼ਾਹ ਜੀ ਆਖ ਰਹੇ ਹਨ, ਹਰ ਕਾ ਨਾਮ ਨਿਧਾਨ ਹੈ, ਕਿ ਮਾਲਕ ਦਾ ਜਿਹੜਾ ਨਾਮ ਹੈ ਉਹ ਖਜ਼ਾਨਾ ਹੈ। ਸਤਿਗੁਰੂ ਪਾਤਸ਼ਾਹ ਜੀ ਆਖ ਰਹੇ ਨੇ ਕਿ ਉਹ ਗੁਣਾਂ ਦਾ ਖਜ਼ਾਨਾ ਹੈ, ਉਹਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਅੰਤ ਨਾ ਪਾਰਾਵਾਰ, ਹੁਣ ਨਾ ਅੰਤ ਪੈ ਸਕਦਾ ਨਾ ਪਾਰਾਵਾਰ। ਇੱਥੇ ਨੰਨਾ ਕਿਹੜੇ ਸੰਦਰਭ ਵਿੱਚ ਸਤਿਗੁਰੂ ਜੀ ਨੇ ਵਰਤਿਆ? ਕਿਹੜਾ ਨਿਯਮ ਹੈ ਵਿਆਕਰਨ ਦਾ ਇੱਥੇ ਲਾਗੂ ਹੁੰਦਾ ਹੈ? ਨੰਨਾ, ਹਾਂਜੀ ਹਾਂਜੀ, ਡੇਲੀ ਦੀਪਕ, ਜਿਹਨੂੰ ਦੋਹਰੀ ਦੀਪਕ ਵੀ ਅਸੀਂ ਆਖਦੇ ਹਾਂ। ਭਾਵ ਨੰਨਾ ਹੈ ਇਕੱਲਾ, ਪਰ ਅਰਥ ਦੋਵੇਂ ਪਾਸੇ ਕਰ ਰਿਹਾ ਹੈ। ਪਹਿਲਾਂ ਅੰਤ ਦੇ ਨਾਲ, ਅੰਤ ਨਾ, ਅਤੇ ਫਿਰ ਨਾ ਪਾਰਾਵਾਰ, ਕਿ ਹੈ ਇਕੱਲਾ ਪਰ ਦੋਵੇਂ ਪਾਸੇ ਜਿਹੜਾ ਹੈ ਉਹ ਅਰਥ ਦੇ ਰਿਹਾ ਹੈ ਕਿ ਉਹ ਮਾਲਕ ਦਾ ਨਾਮ ਗੁਣਾਂ ਦਾ ਖਜ਼ਾਨਾ ਹੈ, ਜਿਸ ਦਾ ਨਾ ਹੀ ਕੋਈ ਅੰਤ ਹੈ ਅਤੇ ਨਾ ਹੀ ਉਹਦਾ ਪਾਰਾਵਾਰ, ਕਿ ਨਾ ਆਰਾ ਪਾਰ ਭਾਵ ਆਰਲਾ ਪਾਰਲਾ ਬੰਨਾ ਕੋਈ ਵੀ ਨਹੀਂ ਹੈ। ਗੁਰਮੁਖ ਸੇਈ ਸੋਹੰਦੇ, ਜਿਨ ਕਿਰਪਾ ਕਰੇ ਕਰਤਾਰ। ਸੋਹੰਦੇ ਤੋਂ ਭਾਵ ਸੋਹਣੇ ਲੱਗਦੇ ਹੈ, ਕਿ ਗੁਰੂ ਦੀ ਸ਼ਰਨ ਪੈ ਕੇ ਉਹੀ ਮਨੁੱਖ ਇਹ ਖਜ਼ਾਨਾ ਹਾਸਲ ਕਰਦੇ ਹਨ ਜੋ ਪਾਤਸ਼ਾਹ ਜੀ ਨੇ ਉੱਤੇ ਦੱਸਿਆ ਹੈ। ਸੋਹਣੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਉੱਤੇ ਪ੍ਰਮਾਤਮਾ ਫਿਰ ਆਪ ਕਿਰਪਾ ਕਰਦਾ ਹੈ, ਰਹਿਮਤ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਨਾਨਕ ਦਾਤਾ ਏਕ ਹੈ, ਦੂਜਾ ਔਰ ਨਾ ਕੋਏ। ਕਿਹੇ ਨਾਨਕ ਦਾਤਾ ਏਕ ਹੈ, ਕਿ ਗੁਰੂ ਹੀ ਪ੍ਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੈ ਅਤੇ ਕੋਈ ਹੋਰ ਦੂਜਾ ਨਹੀਂ। ਦੂਜਾ ਔਰ ਨਾ ਕੋਈ, ਕਿ ਸਿਰਫ ਗੁਰੂ ਹੀ ਇੱਕੋ ਇੱਕ ਅਜਿਹਾ ਹੈ ਜਿਹੜਾ ਮਾਲਕ ਦੇ ਨਾਮ ਦੀ ਦਾਤ ਬਖਸ਼ਦਾ ਹੈ। ਹੋਰ ਕੋਈ ਵੀ ਇਸ ਦੁਨੀਆ ਦੇ ਵਿੱਚ, ਸੰਸਾਰ ਦੇ ਅੰਦਰ ਨਹੀਂ ਹੈ ਜਿਹੜਾ ਉਸ ਦੇ ਸੱਚੇ ਨਾਮ ਨਾਲ ਜੋੜ ਸਕੇ ਅਤੇ ਜੋ ਇਹ ਦਾਤ ਦੇ ਸਕੇ। ਗੁਰ ਪ੍ਰਸਾਦੀ ਪਾਈਐ, ਕਰਮ ਪ੍ਰਾਪਤ ਹੋਏ। ਪਾਤਸ਼ਾਹ ਜੀ ਆਖ ਰਹੇ ਹਨ ਕਿ ਇਹ ਜੋ ਦਾਤ ਹੈ, ਜੋ ਇਹ ਰਹਿਮਤ ਹੈ, ਗੁਰ ਪ੍ਰਸਾਦੀ ਪਾਈ ਹੈ। ਗੁਰੂ ਦੀ ਕਿਰਪਾ ਨਾਲ ਹੀ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਮਿਲਦਾ ਹੈ, ਕਰਮ ਪ੍ਰਾਪਤ ਹੋਏ, ਅਤੇ ਇਹ ਬਖਸ਼ਿਸ਼ ਹੈ, ਰਹਿਮਤ ਹੈ। ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਹੀ ਇਹ ਜਿਹੜੀ ਰਹਿਮਤ ਬਖਸ਼ਿਸ਼ ਹੁੰਦੀ। ਭਾਵ ਗੁਰ ਪਰਮੇਸ਼ਰ ਇੱਕੋ ਜਾਣ ਕਿ ਗੁਰੂ ਰਹਿਮਤ ਕਰੇ ਤਾਂ ਹੀ ਇਹ ਦਾਤ ਮਿਲਦੀ ਹੈ, ਅਤੇ ਦਾਤ ਰਾਹੀਂ ਹੀ ਉਹ ਮਾਲਕ ਦੀ ਪ੍ਰਾਪਤੀ
ਉਹ ਹੁੰਦੀ ਹੈ ਸਤਿਗੁਰੂ ਜੀ ਰਹਿਮਤ ਕਰਨ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ 2 ਅਸ਼ਟਪਦੀਆਂ ਦੀ ਜਿਹੜੀ ਆਪਾਂ ਇੱਥੋਂ ਤੱਕ ਵਿਚਾਰ ਕੀਤੀ ਹੈ। ਅਗਲੇਰੀ ਵਿਚਾਰ ਵੀ ਸਤਿਗੁਰੂ ਜੀ ਆਪ ਹੀ ਸੰਪੂਰਨ ਕਰਵਾ ਲੈਣ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।